ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਸੋਸ਼ਲ ਮੀਡੀਆ ਰਾਹੀਂ ਦਰਸ਼ਨ ਦਿਦਾਰੇ ਕਰਦੇ ਹੋਏ ਸੰਗੀ ਜਨੋ, ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਇਸ ਮਾਨਸਿਕਤਾ ਜਿਹੜੀ ਹੈ ਇਸ ਵੇਲੇ ਕੁੱਲ ਸੰਸਾਰ ਦੀ ਇੱਕ ਤਰਾਜ਼ਗੀ ਦੇ ਨਾਲ ਜੂਝ ਰਹੀ ਹੈ, ਉੱਥੇ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ, ਕਿਰਪਾ ਸਦਕਾ ਗੁਰੂ ਸਾਹਿਬ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਲੁਕਾਈ ਦੇ ਵਿੱਚ ਜਿਹੜੇ ਸੰਸਾਰ ਦਾ ਇਸ ਘੜੀ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੋਇਆਂ ਆਪਣੀ ਆਪਣੀ ਯੋਗ ਸੇਵਾ ਜਿਹੜੀ ਹੈ ਇਸ ਸੰਸਾਰ ਤੇ ਮਨੁੱਖਤਾ ਵਾਸਤੇ ਕਰ ਰਹੇ ਨੇ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਅਕੀਦਤ ਨੂੰ ਮੰਨਦੇ ਹੋਣ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਇਆ ਹੈ ਉਹ ਵੱਧ ਚੜ ਕੇ ਹਿੱਸਾ ਪਾ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਨੁੱਖਤਾ ਇਸ ਵੇਲੇ ਇਸ ਦਰਦ ਭਰੇ ਸਮੇਂ ਨੂੰ ਆਪਣੇ ਮਨ ਦੇ ਉੱਤੇ ਹੰਢਾ ਰਹੀ ਹੈ, ਉਸ ਨੂੰ ਰਲ ਮਿਲ ਕੇ ਕਿਸੇ ਤਰੀਕੇ ਦੇ ਨਾਲ ਜੂਝਿਆ ਜਾਵੇ। ਸੋ ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਫਤਿਹ ਸਿੱਖ ਸੁਸਾਇਟੀ ਦੇ ਵੀਰਾਂ ਨੇ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਯਤਨ ਕੀਤੇ, ਜਿੱਥੇ ਰਸਤਾ ਵਸਤਾਂ ਲੋੜਵੰਦਾਂ ਤੱਕ ਪਹੁੰਚਾਈਆਂ, ਮੁਹੱਈਆ ਕੀਤੀਆਂ, ਉੱਥੇ ਹੀ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਭੈਣ ਭਰਾ ਨੇ, ਉਹਨਾਂ ਸਾਰਿਆਂ ਨੇ ਰਲ ਮਿਲ ਕੇ ਸੰਗਤੀ ਰੂਪ ਦੇ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕੀਤੇ ਸਨ ਤੇ ਇਹਨਾਂ ਸਹਿਜ ਪਾਠਾਂ ਦਾ ਜਿਹੜਾ ਮੁੱਖ ਉਦੇਸ਼ ਸੀ ਉਹ ਇਹੀ ਸੀ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹੀ ਅਰਦਾਸਾ ਸੀ ਕਿ ਇਸ ਵੇਲੇ ਸਾਰੀ ਮਨੁੱਖਤਾ, ਸਾਰਾ ਸੰਸਾਰ ਜਿਸ ਸੰਤਾਪ ਨੂੰ ਝੱਲ ਰਿਹਾ ਹੈ, ਜੋ ਮਹਾਮਾਰੀ ਫੈਲੀ ਹੋਈ ਹੈ, ਗੁਰੂ ਸਾਹਿਬ ਜੀ ਕਿਰਪਾ ਕਰੋ, ਬੋੜੀ ਕਰੋ, ਬਖਸ਼ਿਸ਼ ਕਰਕੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਇਸ ਪੀੜਾ ਤੋਂ ਤਾਰਨਾ ਕਰੋ। ਸੋ ਇਸ ਲੜੀ ਦੇ ਅਧੀਨ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ, ਕਿਰਪਾ ਸਦਕਾ ਗੁਰੂ ਸਾਹਿਬ ਜੀ ਨੇ ਅੱਜ 11ਵੇਂ ਸਹਿਜ ਪਾਠ ਦੀ ਜਿਹੜੀ ਸੰਪੂਰਨਤਾ ਕਰਵਾਈ ਹੈ। ਸੋ ਜਿਹੜੇ ਵੀ ਭੈਣ ਭਰਾਵਾਂ ਨੇ ਇਹਨਾਂ ਸਹਿਜ ਪਾਠਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਸੇਵਾ ਲਈ, ਉਹ ਧੰਨ ਭਾਗੀ ਹਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਬੋੜੀ ਕਰਨ, ਬਖਸ਼ਿਸ਼ ਕਰਨ, ਤਾਂ ਕਿ ਫਿਰ ਇੱਕ ਵਾਰ ਉਸੇ ਤਰ੍ਹਾਂ ਹੀ ਜਿੱਦਾਂ ਪਹਿਲਾਂ ਤੋਂ ਜੀਵਨ ਗਰਦਿਸ਼ ਕਰ ਰਿਹਾ ਸੀ ਇਸ ਸੰਸਾਰ ਦੇ ਉੱਤੇ, ਇਸ ਪੀੜਾ ਦਾ ਹਰਨ ਕਰਕੇ ਮੁੜ ਉਸੇ ਤਰੀਕੇ ਦਾ ਵਸੇਬਾ ਫਿਰ ਹੋ ਸਕੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਇਹਨਾਂ ਅਰਦਾਸਾਂ ਨੂੰ ਪ੍ਰਵਾਨ ਕਰ। ਸੋ ਪਿਛਲੇ ਐਤਵਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ
ਆਪਾਂ ਸਾਰਿਆਂ ਨੇ ਰਲ ਮਿਲ ਕੇ ਵਿਸਾਖੀ ਦੇ ਸੰਬੰਧ ਦੇ ਵਿੱਚ ਵਿਚਾਰਾਂ ਸਾਂਝੀਆਂ ਕੀਤੀਆਂ ਸਨ, ਜਿਸ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਵਿਸਾਖੀ ਦੇ ਦਿਹਾੜਿਆਂ ਨਾਲ ਸੰਬੰਧਿਤ ਇਤਿਹਾਸਕ ਦਿਹਾੜੇ ਅਤੇ ਤੀਸਰੇ ਪਾਤਸ਼ਾਹ ਤੋਂ ਆਰੰਭ ਹੋਈ ਗੁਰੂ ਘਰ ਦੇ ਵਿੱਚ ਵਿਸਾਖੀ, ਇੱਥੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਵਿਸਾਖੀ ਗੁਰੂ ਘਰ ਕਿੱਥੇ ਕਿੱਥੇ ਤੇ ਕਿੱਦਾਂ ਮਨਾਈ ਜਾਂਦੀ ਰਹੀ ਹੈ। ਇਸ ਵਿਸਾਖੀ ਦੀ ਸਾਖੀ ਦਾ ਜਿਹੜਾ ਵਰਣਨ ਹੈ ਗੁਰੂ ਸਾਹਿਬ ਜੀ ਨੇ ਕਰਵਾਇਆ। ਸੋ ਪਿਛਲੀ ਵਿਚਾਰ ਜਿਹੜੀ ਸੀ ਉਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਸੰਪੂਰਨ ਕਰਵਾਈ ਸੀ ਕਿ ਜਦੋਂ 1699 ਦੀ ਵਿਸਾਖੀ ਆਉਂਦੀ ਹੈ, ਉਸ ਤੋਂ ਕਈ ਮਹੀਨੇ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚੇਚੇ ਤੌਰ ਤੇ ਹੁਕਮਨਾਮੇ ਸਾਹਿਬ ਭੇਜਦੇ ਨੇ ਸੰਗਤਾਂ ਕੋਲ। ਵੱਖਰੇ ਵੱਖਰੇ ਨਗਰਾਂ ਵੱਲ, ਸਥਾਨਾਂ ਵੱਲ, ਦੇਸ਼ਾਂ ਵੱਲ ਇਹ ਹੁਕਮਨਾਮਾ ਸਾਹਿਬ ਪਹੁੰਚਦੇ ਨੇ ਤੇ ਹਰ ਸਾਲ ਦੀ ਤਰ੍ਹਾਂ ਸੰਗਤ ਵਿਸਾਖੀ ਦੇ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਗੁਰੂ ਦੇ ਚਰਨਾਂ ਵਿੱਚ ਪਹੁੰਚਦੇ ਨੇ। ਪਰ ਇਸ ਵਾਰ ਵਿਸ਼ੇਸ਼ ਵਿਸਾਖੀ ਦਾ ਪ੍ਰੋਗਰਾਮ ਸੀ। ਕਾਰਨ ਕੀ ਸੀ ਕਿ ਗੁਰੂ ਸਾਹਿਬ ਜੀ ਨੇ ਆਪ ਹੁਕਮਨਾਮੇ ਬਖਸ਼ਿਸ਼ ਕਰਕੇ ਉਚੇਚੇ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਵਿਸਾਖੀ ਦੇ ਦਿਹਾੜਿਆਂ ਨੂੰ ਹੁਕਮ ਬਖਸ਼ਿਸ਼ ਕੀਤਾ ਸੀ, ਹੁਕਮਨਾਮੇ ਬਖਸ਼ਿਸ਼ ਕੀਤੇ ਸਨ। ਸੋ ਵੱਖ-ਵੱਖ ਇਤਿਹਾਸਕਾਰਾਂ ਦੀ ਵੱਖ-ਵੱਖ ਰਾਏ ਹੈ ਕਿ ਉਸ ਵੇਲੇ ਵਿਸਾਖੀ ਵਾਲੇ ਦਿਨ 1699 ਸ਼੍ਰੀ ਅਨੰਦਪੁਰ ਸਾਹਿਬ ਜਿਹੜੀ ਹੈ ਸੰਗਤਾਂ ਦੀ ਗਿਣਤੀ, ਸੰਗਤਾਂ ਦਾ ਜਿਹੜਾ ਇਕੱਠ ਹੈ ਉਹ 40,000 ਤੋਂ 80,000 ਤੱਕ ਜਿਹੜੇ ਇਤਿਹਾਸਕਾਰ ਨੇ ਉਹ ਲਿਖਦੇ ਨੇ, ਮੰਨਦੇ ਨੇ। ਸੋ ਵਿਸਾਖੀ ਵਾਲਾ ਦਿਹਾੜਾ ਸ਼੍ਰੀ ਅਨੰਦਪੁਰ ਸਾਹਿਬ 1699 ਵਾਲਾ ਦਿਨ ਆਉਂਦਾ ਹੈ ਇੱਕ ਵੱਡੇ ਇਕੱਠ ਦੇ ਵਿੱਚ, ਜਿੱਥੇ ਅੱਜ ਆਪ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ, ਜਿੱਥੇ ਕੇਸਗੜ੍ਹ ਸਾਹਿਬ ਜੀ ਸੁਸ਼ੋਭਿਤ ਹੈ। ਉਸ ਅਸਥਾਨ ਦੇ ਉੱਤੇ ਗੁਰੂ ਸਾਹਿਬ ਜੀ ਇੱਕ ਤੰਬੂ ਲਗਾਉਂਦੇ ਨੇ। ਇੱਕ ਸਟੇਜ ਜਿਹੜੀ ਹੈ, ਅੱਜ ਦੀ ਭਾਸ਼ਾ ਦੇ ਵਿੱਚ ਅਸੀਂ ਸ਼ਬਦ ਜਿਹੜਾ ਸਟੇਜ ਵਰਤਦੇ ਆਏ ਹਾਂ, ਇੱਕ ਥੜਾ ਗੁਰੂ ਸਾਹਿਬ ਜੀ ਜਿਹਦੇ ਤੇ ਵਿਛਾਈ ਹੋਈ ਹੁੰਦੀ ਹੈ। ਉਸ ਥੜੇ ਤੇ ਸਟੇਜ ਤੇ ਆਣ ਕੇ ਗੁਰੂ ਸਾਹਿਬ ਜੀ ਸੰਗਤ ਨੂੰ ਸੰਬੋਧਨ ਕਰਦੇ ਨੇ। ਅੱਜ ਗੁਰੂ ਸਾਹਿਬ ਜੀ ਦਾ ਜਿਹੜਾ ਰੂਪ ਹੈ ਉਹ ਸੰਗਤਾਂ ਦੇਖ ਕੇ, ਕਿਉਂਕਿ ਹੁਣ ਤੱਕ ਗੁਰੂ ਸਾਹਿਬ ਜੀ ਦੇ ਚੋਚ ਜਿਹੜੇ ਸਨ ਉਹ ਇੱਕ ਪ੍ਰੇਮ ਦੀ ਭਗਤੀ ਦੇ ਵਿੱਚ ਸੰਗਤਾਂ ਨੇ ਦੇਖੇ ਸਨ, ਪ੍ਰੇਮਾ ਭਗਤੀ ਦੇ ਇੱਕ ਦਿਆਲੂ ਕਿਰਪਾਲੂ ਦੇ ਰੂਪ ਦੇ ਵਿੱਚ। ਪਰ ਅੱਜ ਇੱਕ ਵੱਖਰਾ ਹੀ ਰੂਪ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਉਹ ਸੰਗਤਾਂ ਮੰਨਦੀਆਂ ਨੇ, ਜਿਸ ਵਿੱਚ ਗੁਰੂ ਸਾਹਿਬ ਜੀ ਸ੍ਰੀ ਸਾਹਿਬ ਹੱਥ ਵਿੱਚ ਫੜ ਕੇ ਜਿਹੜੀ ਮਿਆਨ ਤੋਂ ਬਗੈਰ ਹੈ ਤੇ ਸੰਗਤ ਨੂੰ ਸੰਬੋਧਨ ਕਰਦੇ ਨੇ ਕਿ ਸਾਨੂੰ ਇੱਕ ਸੀਸ ਦੀ ਲੋੜ ਹੈ। ਭਾਵ ਇੱਕ ਗੁਰਸਿੱਖ ਜਿਹੜਾ ਗੁਰੂ ਦਾ ਪਿਆਰ ਹੈ ਉਹ ਆਪਣਾ ਆਪ ਗੁਰੂ ਤੋਂ ਵਾਰਨ ਵਾਸਤੇ, ਸੀਸ ਭੇਟਾ ਕਰਨ ਵਾਸਤੇ ਕੋਈ ਇੱਕ ਗੁਰਮੁਖ ਪਿਆਰਾ ਜਿਹੜਾ ਉਹ ਆਵੇ। ਆਰੰਭਤਾ ਇਸੇ ਤਰੀਕੇ ਨਾਲ ਹੁੰਦੀ ਹੈ। ਸੋ ਕਈ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਸਾਹਿਬ ਪਹਿਲਾਂ ਇੱਕ ਵਾਰ ਸੰਬੋਧਨ ਕਰਦੇ ਨੇ, 2 ਵਾਰ ਸੰਬੋਧਨ ਕਰਦੇ ਨੇ। ਜਦੋਂ ਤੀਸਰੀ ਵਾਰ ਸੰਬੋਧਨ ਕਰਦੇ ਨੇ ਤੇ ਸਭ ਤੋਂ ਪਹਿਲਾਂ ਤੀਸਰੀ ਵਾਰ ਸੰਬੋਧਨ ਕਰਨ ਤੇ ਭਾਈ ਦਇਆ ਰਾਮ ਜੀ ਜਿਹੜੇ ਉਸ ਵੇਲੇ ਸੰਗਤ ਵਿੱਚ ਬਿਰਾਜੇ ਨੇ, ਜਿਹੜੇ ਵਸਨੀਕ ਨੇ ਲਾਹੌਰ ਦੇ, ਸੋ ਉਹ ਗੁਰੂ ਸਾਹਿਬ ਜੀ ਦੇ ਸਨਮੁਖ ਖੜੇ ਹੁੰਦੇ ਨੇ। ਗੁਰੂ ਸਾਹਿਬ ਜੀ
ਨੂੰ ਨਮਸਕਾਰ ਕਰਕੇ ਆਪਣੇ ਆਪ ਨੂੰ ਪੇਸ਼ ਕਰਦੇ ਨੇ ਅਤੇ ਨਾਲ ਹੀ ਗੁਰੂ ਸਾਹਿਬ ਜੀ ਕੋਲ ਮੁਆਫੀ ਵੀ ਮੰਗਦੇ ਨੇ ਕਿ ਗੁਰੂ ਸਾਹਿਬ ਜੀ ਚਾਹੀਦਾ ਤੇ ਇਹ ਸੀ ਕਿ ਆਪ ਜੀ ਨੇ ਜਦੋਂ ਇੱਕੇ ਵਾਰ ਇਹ ਫਰਮਾਨ ਕੀਤਾ ਸੀ ਤੇ ਮੈਂ ਹਾਜ਼ਰ ਹੋ ਜਾਂਦਾ, ਮੇਰੀ ਗਲਤੀ ਦੀ ਮੁਆਫੀ ਬਖਸ਼ਣੀ ਕਿ ਆਪ ਜੀ ਨੂੰ ਇਹ ਗੱਲ ਤੀਸਰੀ ਵਾਰ ਦੁਹਰਾਣੀ ਪਈ। ਪਰ ਗੁਰੂ ਕੇ ਪਿਆਰ ਵਾਲੇ ਵਿੱਚ ਇੱਕ ਗੱਲ ਹੋਰ ਵੀ ਹੈ ਲੌਜਿਕ ਦੀ ਕਿ ਇਹ ਨਵੇਕਲਾ ਇੱਕ ਕਾਂਡ ਸੀ ਗੁਰ ਇਤਿਹਾਸ ਦੇ ਵਿੱਚ। ਇਸ ਕਰਕੇ ਜਦੋਂ ਪਹਿਲੀ ਵਾਰ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਇਹ ਗੱਲ ਨਿਕਲਦੀ ਹੈ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਤੇ ਉਸ ਵੇਲੇ ਸ਼ਾਇਦ ਸੰਗਤ ਹੱਕੀ ਬੱਕੀ ਵੀ ਰਹਿ ਜਾਂਦੀ ਹੈ ਕਿ ਅੱਜ ਤੱਕ ਦੁਨੀਆ ਦੇ ਕਿਸੇ ਧਰਮ ਦੇ ਵਿੱਚ ਕਿਸੇ ਔਲੀਏ ਨੇ, ਫਕੀਰ ਨੇ, ਗੁਰੂ ਨੇ ਸੋਨਾ ਤਾਂ ਮੰਗਿਆ ਹੋਏਗਾ, ਹੀਰੇ ਜਵਾਹਰਾਤ ਮੰਗੇ ਹੋਣਗੇ, ਧਨ ਦੌਲਤ ਮੰਗੇ ਹੋਏਗੀ, ਰਸਤਾਂ ਮੰਗੀਆਂ ਹੋਣਗੀਆਂ, ਪਰ ਸੀਸ ਜਿਹੜਾ ਮੰਗਣਾ ਇਹ ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਕੇਵਲ ਤੇ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਮੰਗਿਆ। ਸੋ ਇਸ ਕਰਕੇ ਕਿਤੇ ਨਾ ਕਿਤੇ ਸੰਗਤ ਨੂੰ ਸਮਝਣ ਦੇ ਵਿੱਚ ਵੀ ਵਾਰ-ਵਾਰ ਆਪਣੇ ਜ਼ਿਹਨ ਦੇ ਵਿੱਚ ਇਸ ਵਾਕ ਨੂੰ ਦੁਹਰਾਉਂਦੇ ਹੋਣਗੇ। ਸੋ ਹੋ ਸਕਦਾ ਇਸੇ ਕਰਕੇ ਹੀ ਚੰਗੀ ਤਰ੍ਹਾਂ ਸੁਣਨ ਵਾਸਤੇ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ ਸਮਝਣ ਵਾਸਤੇ ਭਾਈ ਦਇਆ ਸਿੰਘ ਜੀ ਨੂੰ ਤੀਸਰੀ ਵਾਰ ਇਹ ਵਾਕ ਜਦੋਂ ਚੰਗੀ ਤਰ੍ਹਾਂ ਉਹਨਾਂ ਨੇ ਵਾਕਈ ਕਨਫਰਮ ਉਹਨਾਂ ਦੇ ਕੀਤਾ, ਮੇਰੇ ਕੰਨਾਂ ਨੇ ਕੀ ਸੁਣਿਆ। ਸੋ ਗੁਰੂ ਸਾਹਿਬ ਜੀ ਦੇ ਸਨਮੁਖ ਉਪਸਥਿਤ ਹੁੰਦੇ ਨੇ। ਸੋ ਗੁਰੂ ਸਾਹਿਬ ਜੀ ਭਾਈ ਦਇਆ ਸਿੰਘ ਜੀ ਦੀ ਬਾਂਹ ਫੜ ਕੇ ਤੇ ਉਸ ਲੱਗੇ ਤੰਬੂ ਦੇ ਵਿੱਚ ਲੈ ਜਾਂਦੇ ਨੇ। ਤੰਬੂ ਵਿੱਚ ਜਾ ਕੇ ਸ੍ਰੀ ਸਾਹਿਬ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਤੰਬੂ ਤੋਂ ਬਾਹਰ ਜਿਹੜਾ ਹੈ ਉਹ ਲਹੂ ਦਾ ਇੱਕ ਪਰਨਾਲਾ ਵਗ ਕੇ ਤੇ ਬਾਹਰ ਵੱਲ ਨੂੰ ਆਉਂਦਾ ਹੈ। ਭਾਵ ਗੁਰੂ ਸਾਹਿਬ ਜੀ ਭਾਈ ਦਇਆ ਸਿੰਘ ਜੀ ਦਾ ਸੀਸ ਜਿਹੜਾ ਹੈ ਉਹ ਪ੍ਰਵਾਨ ਕਰਦੇ ਨੇ। ਉਸ ਉਪਰੰਤ ਗੁਰੂ ਸਾਹਿਬ ਜੀ ਫਿਰ ਉਸ ਸਟੇਜ ਤੇ ਉਸ ਥੜੇ ਤੇ ਆਉਂਦੇ ਨੇ ਜਿਹੜੀ ਤੰਬੂ ਦੇ ਨਾਲ ਲੱਗੀ ਹੈ। ਗੁਰੂ ਸਾਹਿਬ ਜੀ ਹੁਣ ਦੂਸਰੀ ਵਾਰ ਫਰਮਾਨ ਕਰਦੇ ਨੇ ਕਿ ਇੱਕ ਸੀਸ ਦੀ ਹੋਰ ਲੋੜ ਹੈ। ਸੋ ਹੁਣ ਦੂਸਰੀ ਵਾਰ ਭਾਈ ਧਰਮ ਸਿੰਘ ਜੀ ਉਹ ਗੁਰੂ ਸਾਹਿਬ ਜੀ ਦੇ ਸਨਮੁਖ ਉਪਸਥਿਤ ਹੁੰਦੇ ਨੇ, ਜਿਨ੍ਹਾਂ ਦਾ ਪਿਛੋਕੜ ਇਲਾਕਾ ਜਿਹੜਾ ਹਸਤਨਾਪੁਰ ਹੈ, ਦਿੱਲੀ ਤੋਂ ਅੱਗੇ ਮੇਰਠ ਦੇ ਲਾਗੇ, ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਨੇ। ਗੁਰੂ ਸਾਹਿਬ ਜੀ ਉਹਨਾਂ ਨੂੰ ਵੀ ਨਾਲ ਲੈ ਕੇ ਤੰਬੂ 'ਚ ਜਾਂਦੇ ਨੇ ਤੇ ਉਹਨਾਂ ਦਾ ਵੀ ਸੀਸ ਪ੍ਰਵਾਨ ਕਰਦੇ ਨੇ। ਫਿਰ ਲਹੂ ਦਾ ਪਰਨਾਲਾ ਇੱਕ ਵਾਰ ਫਿਰ ਤੰਬੂ ਤੋਂ ਬਾਹਰ ਆਉਂਦਾ ਹੈ। ਤੀਸਰੀ ਵਾਰ ਗੁਰੂ ਸਾਹਿਬ ਜੀ ਫਿਰ ਸੰਬੋਧਨ ਕਰਦੇ ਨੇ ਤੇ ਸੰਗਤ ਦੇ ਵਿੱਚ ਇੱਕ ਵਾਰ ਸੁੰਨ ਛਾ ਜਾਂਦੀ ਹੈ ਕਿ ਅੱਜ ਗੁਰੂ ਸਾਹਿਬ ਜੀ ਦਾ ਇਹ ਨਵੇਕਲਾ ਰੂਪ ਜਿਹੜਾ ਕਿਸ ਤਰ੍ਹਾਂ ਆ ਗਿਆ। ਕਈ ਇਤਿਹਾਸਕਾਰ ਲਿਖਦੇ ਨੇ ਕਿ ਜਿਹੜੇ ਸਾਡੇ ਵਰਗੇ ਹੁੰਦੇ ਨੇ ਉਹ ਪਿੱਛੋਂ ਸੰਗਤ ਵਿੱਚ ਖਿਸਕਣਾ ਵੀ ਸ਼ੁਰੂ ਹੋ ਜਾਂਦੇ ਨੇ ਕਿ ਅੱਜ ਗੁਰੂ ਸਾਹਿਬ ਜੀ ਨੇ ਪਤਾ ਨਹੀਂ ਕਿੰਨੇ ਸਿੰਘ ਝਟਕਾ ਦੇਣੇ ਨੇ ਤੇ ਗੱਲ ਕੀ ਹੈ ਵਿੱਚੋਂ ਇਹ ਨਹੀਂ ਪਤਾ। ਖੈਰ ਤੀਸਰੀ ਵਾਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜਦੋਂ ਆਵਾਜ਼ਾਂ ਬੁਲੰਦ ਕਰਦੇ ਨੇ ਕਿ ਇੱਕ ਸੀਸ ਦੀ ਹੋਰ ਲੋੜ ਹੈ ਤੇ ਭਾਈ ਮੋਹਕਮ ਸਿੰਘ, ਕਈ ਇਤਿਹਾਸਕਾਰਾਂ ਨੇ ਭਾਈ ਹਿੰਮਤ ਸਿੰਘ ਦਾ ਨਾਮ ਪਹਿਲਾਂ ਲਿਖਿਆ, ਭਾਈ ਮੋਹਕਮ ਸਿੰਘ ਦਾ ਬਾਅਦ 'ਚ ਲਿਖਿਆ, ਕਈਆਂ ਨੇ ਭਾਈ ਮੋਹਕਮ ਸਿੰਘ ਜੀ ਦਾ ਨਾਮ ਪਹਿਲਾਂ ਲਿਖਿਆ ਤੇ ਭਾਈ ਹਿੰਮਤ ਸਿੰਘ ਜੀ ਦਾ ਬਾਅਦ। ਖੈਰ ਪੰਜ ਪਿਆਰੇ ਸਨ, ਲੜੀਵਾਰ ਉਹ ਆਏ ਨੇ, ਹੋ ਸਕਦਾ ਪਹਿਲਾ ਜਾਂ ਦੂਜਾ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦਾ ਸਾਰੇ ਇਤਿਹਾਸਕਾਰਾਂ ਨੇ ਨਾਂ ਜਿਹੜਾ ਲੜੀਵਾਰ ਹੀ ਲਿਖਿਆ ਹੈ। ਸੋ ਹੁਣ ਭਾਈ ਮੋਹਕਮ ਸਿੰਘ ਜੀ ਗੁਰੂ ਸਾਹਿਬ ਜੀ ਦੇ ਸਨਮੁਖ ਹੁੰਦੇ ਨੇ। ਭਾਈ ਮੋਹਕਮ ਸਿੰਘ ਜੀ ਜਿਨ੍ਹਾਂ ਦਾ ਪਿਛੋਕੜ ਜਿਹੜਾ ਜਿਹੜੇ ਦੁਆਰਕਾ ਤੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਆਏ ਨੇ, ਆਪਣਾ ਸੀਸ ਭੇਟ ਕਰਦੇ ਨੇ।
फिर गुरु साहब जी भाई मोहकम सिंह जी नूं तंबू विच खड़दे ने। एक बार फिर श्री साहब जी चलदी है ते लहू दा परनाला तंबू चों बाहर आउंदा है। हुण चौथी वार गुरु साहब जी फिर आण के उसे वाक नूं फिर दोहराउंदे ने कि सानू एक सीस दी होर लोड़ है। हुण संगतां दे विच उन्हां दी सोच दा हद बनना जिहड़ा वो टप जांदा है कि अज गुरु साहब जी ने पता नहीं की कला वरताउणी, की कर देना। सो आप जी ख्याल करियो, मैं धन मानदा उन्हां गुरसिखां नूं जिहड़ा बार बार गुरु साहब जी मंग रहे ने ते सीस दे रहे ने। आप जी सोच के वेखियो किड्डी वड्डी गल है। धन जिगरा भाई दया सिंह जी दा जिन्हां ने सब तो पहला उठ के अपना सीस प्रदान किया है, पर धन जिगरा उन्हां सिखां दा भी जिहड़ा लड़ीवार सीस प्रदान कर रहे। किन्ने वड्डे जिगरे दी लोड़ है। खैर असीं उस पासे ना जाइए। हुण गुरु साहब जी फिर आण के एक सीस दी मंग करदे ने ते भाई हिम्मत सिंह जी जिन्हां दे लड़ीवार पहला नां जिहड़े सी ओ भाई दया राम जी सी, भाई धर्मदास जी सी, भाई मोहकम चंद जी सी। सो हुण भाई हिम्मत राय जी जिहड़े ने वो उठदे ने। पिछों आप जी का जिहड़ा इलाका है वो जगन्नाथपुरी दा है, उड़ीसा दा। मैं इलाकिਆਂ ਦੇ ਵਿੱਚ भी एक लॉजिक है ते प्यारिਆਂ ਦੇ ਨਾਂ ਦੇ ਵਿੱਚ भी एक लॉजिक है। मैं ਤਾਂ नाम ते उन्हां दे नगर जिहड़े आप जी नाल सांझ पा रहा। सो गुरु साहब जी चौथी वार भी इस प्यारे नूं अंदर लैके जांदे ने। भाव भाई हिम्मत राय जी नूं अंदर लैके जांदे ने। एक बार फिर सीरी साहब चलदी है। सीस धाड़ नालों वख हुंदा है, जुदा हुंदा है ते लहू दे परनाले फिर जिहड़े ने तंबू चों बाहर आउंदे ने। हुण गुरु साहब जी पंजवीं वार उस तंबू तो बाहर आण के ते फिर एक सीस दी मंग करते ने। ते हो सकदा ऐस वेले बैठी संगत दे विच हाहाकार मच गई होवे ते कई जाने उस वेले आनंदपुर साहब दीआं जूहां भी टप गए होण। सो पंजवीं वार जदों गुरु साहब जी आवाज़ां दिंदे ने उस वेले गुरु साहब जी बख्शिश करते ने भाई साहिब चंद जी जिन्हां दा पिछोकड़ बिदर है करनाटका दे विच उठदे ने ते अपने आप नूं गुरु साहब जी दे सन्मुख उपस्थित करते ने। गुरु साहब जी भाई साहिब चंद दे रूप दे विच भाई साहिब चंद नूं भी उस तंबू विच लैके जाते ने। एक बार श्री साहब फिर चलती है। फिर उस तरीके दे नाल ही लहू दे परनाले जिहड़े ने तंबू चों निकलते ने ते गुरु साहब पंजां सिंगां दे सीस जिहड़े ने वो लैंदे ने। सो कुछ हजे भी दृढ़ता वाले सिख जिन्होंने गुरु नाल प्यार है वो संगत च बैठे ने। काफ़ी संगत हजे भी बैठी है, गुरु दे इस चोच नूं देख रही है। हुण पंजवीं वार जदों पंजवें सिंह नूं लैके गुरु साहब पंजवें भाई नूं लैके गुरु साहब अंदर जांदे ने ते कुछ समा कुछ पल कुछ घड़ियां समा लगता है। गुरु साहब जी उन्नी छेती बाहर नहीं आउंदे जिन्नी छेती अगे 4 वार आए सन। सो कुछ समय बाद संगतां दी हैरानी दी हद नहीं रहिंदी जदों देखते ने कि वो पंजे प्यारे जिहड़े ने पंजे जिहड़े भाई दे रूप दे विच अंदर गए सन वो तैयार बर तैयार हो के मुड़ सुरजीत हो के गुरु साहब जी दे नाल उस तंबू चों बाहर निकलते हैं। सो गुरु साहब जी बाहर आण के संगत नूं संबोधन करते ने कि अज तो ये जिहड़े 5 भाई सन जिहड़े पहला भाई दया राम जी दे नां तो जाने जाते सन, भाई धर्मचंद जी दे नां तो जाने जाते सन,
ਅੱਜ ਤੋਂ ਬਾਅਦ ਇਹ ਭਾਈ ਨਹੀਂ, ਇਹ 5 ਗੁਰੂ ਕੇ ਪਿਆਰੇ ਆ। ਇੱਥੇ ਮੈਂ ਇੱਕ ਬੇਨਤੀ ਕਰ ਦਵਾਂ, ਪਿਆਰੇ ਸ਼ਬਦ ਗੁਰੂ ਕੇ ਪਿਆਰ ਵਾਲਿਓ, ਜਿੱਥੇ ਪੰਜਾਂ ਦੇ ਸੀਸ ਲੈਣੇ ਇੱਕ ਨਵੇਕਲੀ ਗੱਲ ਸੀ। ਸਿੱਖੀ ਦੇ ਵਿੱਚ ਤੇ ਸਾਰੀਆਂ ਗੱਲਾਂ ਹੀ ਨਵੇਕਲੀਆਂ ਨੇ ਗੁਰੂ ਕੇ ਪਿਆਰ ਵਾਲਿਓ, ਸਾਰੇ ਜਹਾਨ ਤੋਂ ਵੱਖਰੀਆਂ ਨੇ। ਅੱਜ ਤੱਕ ਕਿਸੇ ਧਰਮ ਦੇ ਵਿੱਚ, ਕਿਸੇ ਪੰਥ ਦੇ ਵਿੱਚ ਕਦੀ ਕਿਸੇ ਨੇ ਸੀਸ ਨਾ ਮੰਗੇ ਤੇ ਨਾ ਕਿਸੇ ਨੇ ਦਿੱਤੇ। ਬੜੀਆਂ ਨਵੇਕਲੀਆਂ ਗੱਲਾਂ ਨੇ। ਉੱਥੇ ਹੀ ਅੱਜ ਤੱਕ ਜਿਹੜਾ ਚੇਲਾ ਸੀ, ਭਾਵੇਂ ਉਹ ਕੋਈ ਵੀ ਧਰਮ ਦਾ ਹੋਵੇ, ਉਹ ਚੇਲਾ ਹੀ ਰਿਹਾ, ਉਹ ਗੁਰੂ ਨਹੀਂ ਬਣਿਆ। ਪਰ ਇਹ ਗੁਰੂ ਦਾ ਦਰ ਸੀ ਕਿ ਆਪੇ ਗੁਰ ਚੇਲਾ ਦੀ ਰੀਤ ਜਿਹੜੀ ਹੈ ਪਹਿਲੇ ਪਾਤਸ਼ਾਹ ਜੀ ਨੇ ਆਰੰਭ ਕਰ ਦਿੱਤੀ ਸੀ ਕਿ ਆਪਣੇ ਚੇਲੇ ਨੂੰ ਆਪਣਾ ਗੁਰੂ ਬਣਾ ਲਿਆ, ਆਪਣੀ ਪੰਥ ਦਾ, ਆਪਣੇ ਮਾਨਣ ਵਾਲਿਆਂ ਦਾ ਤੇ ਗੁਰੂ ਬਣਾਇਆ। ਪਰ ਆਪ ਵੀ ਉਸ ਵੇਲੇ ਗੁਰੂ ਦੀ ਦਾਅਵੇਦਾਰੀ ਛੱਡ ਦਿੱਤੀ ਤੇ ਆਪ ਵੀ ਉਹਦੇ ਚੇਲੇ ਬਣ ਗਏ। ਇਹਨੂੰ ਕਹਿੰਦੇ ਨੇ ਆਪੇ ਗੁਰ ਚੇਲਾ। ਆਪੇ ਪਹਿਲਾਂ ਗੁਰੂ ਸਨ, ਆਪੇ ਆਪਣੇ ਚੇਲੇ ਨੂੰ ਗੁਰੂ ਬਣਾ ਕੇ ਆਪ ਉਸ ਦੇ ਚੇਲੇ ਬਣ ਗਏ। ਖੈਰ, ਜਿੱਥੇ ਇੱਕ ਬਹੁਤ ਵੱਡੀ ਨਵੇਕਲੀ ਗੱਲ ਸੀ, ਉੱਥੇ ਹੀ ਅੱਜ ਤੱਕ ਕਿਸੇ ਨੇ ਆਪਣੇ ਚੇਲੇ ਨੂੰ ਪਿਆਰਾ ਵੀ ਨਹੀਂ ਸੀ ਬਣਾਇਆ। ਅੱਜ ਤੱਕ ਪਿਆਰਾ ਕਿਹਨੂੰ ਬਣਾਇਆ ਜਾਂਦਾ ਸੀ? ਮਾਂ ਨੂੰ ਪਿਆਰਾ ਬਣਾਇਆ ਜਾਂਦਾ ਸੀ, ਪਿਓ ਨੂੰ ਪਿਆਰਾ ਬਣਾਇਆ ਜਾਂਦਾ ਸੀ, ਪੁੱਤਰ ਬੜਾ ਪਿਆਰਾ ਹੁੰਦਾ ਸੀ, ਪੁੱਤਰ ਨੂੰ ਪਿਆਰਾ ਬਣਾਇਆ ਜਾਂਦਾ ਸੀ। ਧੀ ਬੜੀ ਲਾਡਲੀ ਹੁੰਦੀ ਸੀ, ਧੀ ਨੂੰ ਪਿਆਰ ਨਾਲ ਪਿਆਰਾ ਬਣਾਇਆ ਜਾਂਦਾ ਸੀ। ਪਰ ਗੁਰੂ ਸਾਹਿਬ ਜੀ ਨੇ ਅੱਜ ਸਾਰੇ ਹੱਥ ਬੰਨੇ ਜਿਹੜੇ ਸਨ ਉਹ ਇੱਕ ਪਾਸੇ ਰੱਖਤੇ। ਸਾਹਿਬਜ਼ਾਦਿਆਂ ਨੂੰ ਪਿਆਰਾ ਸ਼ਬਦ ਨਹੀਂ ਦਿੱਤਾ ਗੁਰੂ ਕੇ ਪਿਆਰ ਵਾਲੇ। ਇਤਿਹਾਸ ਪੜ੍ਹ ਕੇ ਵੇਖ ਲਿਓ, ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ, ਭਾਵ ਜੇ ਆਪ ਦੂਸਰੀ ਭਾਸ਼ਾ ਦੇ ਵਿੱਚ ਗੱਲ ਕਰਨੀ ਹੈ, ਮੈਨੂੰ ਮੁਆਫ ਕਰਨਾ, ਸ਼ਬਦ ਵਰਤਣਾ ਜ਼ਰੂਰੀ ਹੈ, ਭਾਵ ਆਪਣੇ ਚੇਲਿਆਂ ਨੂੰ ਕਹਿੰਦੇ ਚੇਲੇ ਨਹੀਂ ਜੇ ਹੁਣ ਤੁਸੀਂ ਮੇਰੇ ਪਿਆਰੇ ਜੀ। ਪਿਆਰਾ ਸ਼ਬਦ ਉੱਥੇ ਵਰਤੀਦਾ ਹੈ ਜਿੱਥੇ ਜਾਨ ਤੋਂ ਵੱਧ ਜਿਹਦੇ ਨਾਲ ਸਨੇਹ ਹੋਵੇ, ਜਿਹਦੇ ਤੇ ਅਸੀਂ ਜਾਨ ਵਾਰ ਸਕਦੇ ਹਾਂ। ਖਾਲਸਾ ਮੇਰੀ ਜਾਨ ਕੀ ਜਾਨ, ਉੱਥੇ ਪਿਆਰਾ ਸ਼ਬਦ ਵਰਤਿਆ। ਸੋ ਇੱਕ ਬਹੁਤ ਵੱਡਾ ਇਤਿਹਾਸ ਦਾ ਝਰੋਖਾ ਹੈ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਦੂਸਰੀ ਬੇਨਤੀ, ਮੈਂ ਆਪ ਜੀ ਦੇ ਨਾਲ ਪੰਜਾਂ ਪਿਆਰਿਆਂ ਦਾ ਪਿਛੋਕੜ ਜਿਹੜਾ, ਜਿੱਥੋਂ ਉਹਨਾਂ ਦੇ ਨਗਰ ਜਿਹੜੇ ਨੇ, ਉਹ ਇਸ ਕਰਕੇ ਸਾਂਝ ਕੀਤੇ ਕਿ ਗੁਰੂ ਕੇ ਪਿਆਰ ਵਾਲਿਓ, ਇਹ ਪੰਜੇ ਨਗਰ ਜਿਹੜੇ ਨੇ, ਭਾਵੇਂ ਲਾਹੌਰ ਦੇਖ ਲਓ, ਭਾਵੇਂ ਦਿੱਲੀ ਦੇਖ ਲਓ, ਭਾਵੇਂ ਜਗਨਨਾਥ ਦੇਖ ਲਓ, ਦੁਆਰਕਾ ਦੇਖ ਲਓ, ਭਾਵੇਂ ਬਿਦਰ ਦੇਖ ਲਓ, ਆਪ ਜੀ ਜਦੋਂ ਇਹਨਾਂ ਨਗਰਾਂ ਦਾ ਇਤਿਹਾਸ ਪੜ੍ਹੋਗੇ ਨਾ, ਤੇ ਇਹਨਾਂ ਪੰਜੇ ਨਗਰਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਦਾਸੀਆਂ ਦੇ ਸਮੇਂ ਗਏ ਨੇ। ਬਸ ਮੇਰਾ ਕਹਿਣ ਦਾ ਭਾਵ ਕੇਵਲ ਇੰਨਾ ਹੀ ਹੈ ਕਿ ਇਹ ਉਹ ਪਰਿਵਾਰ ਹੀ ਹਨ ਜਿਹੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਜੁੜੇ ਨੇ, ਉਸ ਸਮੇਂ ਤੋਂ ਜੁੜੇ। ਇਹ ਨਹੀਂ ਕਿ 1699 ਦੀ ਵਿਸਾਖੀ ਵਾਲੇ ਦਿਨ ਆਏ ਸੀ। ਖੈਰ, ਦੂਸਰੀ ਬੇਨਤੀ, ਅਸੀਂ ਗੱਲ ਕਰਦੇ ਹਾਂ ਕਰਾਮਾਤ ਦੀ। ਕਰਾਮਾਤ ਹੈ ਤਾਂ ਦੱਸੋ, ਕਰਾਮਾਤ ਨਹੀਂ ਹੁੰਦੀ ਗੁਰੂ ਕੇ ਪਿਆਰ ਵਾਲਿਓ, ਮੈਨੂੰ ਇਹ ਤਾਂ ਨਹੀਂ ਪਤਾ ਕਿ ਕਰਾਮਾਤ ਹੁੰਦੀ ਹੈ ਕਿ ਨਹੀਂ ਹੁੰਦੀ, ਪਰ ਇੱਕ ਗੱਲ ਦਾ ਪਤਾ ਕਿ ਗੁਰੂ ਸਮਰੱਥ ਹੈ ਤੇ ਗੁਰੂ ਕੁਛ ਵੀ ਕਰ ਸਕਦਾ ਹੈ, ਉਹਨੂੰ ਤੁਸੀਂ ਕਿਸੇ ਚੀਜ਼ ਦਾ ਨਾਂ ਦੇ ਦਿਓ। ਖੈਰ, ਸਭ ਤੋਂ ਵੱਡੀ ਕਰਾਮਾਤ ਪੰਜਾਂ ਪਿਆਰਿਆਂ ਦੇ ਨਗਰਾਂ ਨੂੰ ਵੇਖ ਕੇ ਸਾਹਮਣੇ ਹੁੰਦੀ। ਸਭ ਤੋਂ ਵੱਡੀ ਕਰਾਮਾਤ, ਸਭ ਤੋਂ ਵੱਡੀ ਕਰਾਮਾਤ ਪੰਜਾਂ ਪਿਆਰਿਆਂ ਦੇ ਨਾਵਾਂ ਨੂੰ ਵੇਖ ਕੇ ਸਾਹਮਣੇ ਹੁੰਦੀ ਹੈ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਜੀ ਕਿੱਥੋਂ ਦੇ ਨੇ? ਲਾਹੌਰ ਦੇ। ਤੇ ਇਹ ਸਮਾਂ ਉਹ ਹੈ ਕਿ ਲਾਹੌਰ ਦੇ ਵਿੱਚ ਦਇਆ ਮੁਮਕਿਨ ਹੀ ਨਹੀਂ, ਕਿਉਂਕਿ ਉੱਥੇ ਸਾਰੇ ਵੈਸ਼ੀ ਰਹਿੰਦੇ ਨੇ। ਆਪ ਇਤਿਹਾਸ ਪੜ੍ਹ ਕੇ ਵੇਖ ਲਿਓ, ਗੁਰੂ ਸਾਹਿਬ ਜੀ ਦਾ ਵੀ ਫਰਮਾਨ ਹੈ
लाहौर शहर जहर कहर सवा पहर, कि उत्थे कहर वरतदा, उत्थे दया नाम की कोई चीज नहीं। गुरु साहब जी कहते जिदन असी पंथ चलाउणा ते उदण वेख्यो कहर दे विचों भी दया वरताउणी, सब तो पहला दया। इत्थे मेरे को समा नहीं, गुरु साहब जी पहले पातशाह जी का आप जी फरमान पढ़ लो जपजी साहब दे विचों, आसा जी दी वार दे विचों धर्म की अकीदत सब तो पहला दया की गल कीती है। दया कपाह संतोख सुत, इसे तरीके दे नाल धौल धर्म दया का पूत संतोख थाप रखिया जी सूर। धर्म की गल दया तो चलती, इस करके भाई दया सिंह पहला उठे, एवें नहीं उठ गए। भाई धर्म सिंह जी पहला इसे करके नहीं आए क्योंकि धर्म हमेशा दया के पिछे हुंदा। खैर उस उपरंत भाई धर्म सिंह जी आ रहे ने हस्तिनापुर तो, दिल्ली तो, ते दिल्ली दे विच धर्म नां दी कोई चीज नहीं है। गुरु साहब जी कहते होरो गंग वहाइए, उल्टी गंगा वहावांगे, जिथे कहर है उथों दया लियावांगे, ते जिथे धर्म नहीं है, जिथे धर्महीन है, जिथे धर्म बदले जाते ने लोगों के, उत्थे धर्म नूं बहाल करांगे। उस तरीके नाल द्वारका तो मोहकम, मोहकम का अर्थ हुंदा है अडोल, स्थिर, पक्का। सो उस तो बाद भाई हिम्मत सिंह जी जगन्नाथपुरी, आप जी इतिहास पढ़ लो जगन्नाथपुरी का, ते भाई साहब सिंह जी बिदर तो, बिदर दे अर्थ जो आप जी वाचोगे एक थां ते, बिदर दे अर्थ जिहड़े ने ना नीवा भी है, निमाणा भी है। सो गुरु साहब जी कहते जिहड़े नीवे ने ना, जिहड़े निमाणे ने, उन्हां नूं असीं की बना दांगे साहिब, साहिब सिंह। ये पंजां दे नां दे पिछे गुरु साहब जी ने बहुत वड्डी जिहड़ी है एक आइडियोलॉजी गुरु साहब जी ने रखी है। सो ये पंज सिंघां दे जिहड़े घराणे ने, ये पहले पातशाह तो सिख धर्म नाल जुड़े ने, ते पहले पातशाह तो इन्हां ने सिक्खी धारण की। आप जी नूं ख्याल होएगा कि पिछले विचार च गुरु साहब जी ने कृपा की सी कि तीसरे पातशाह गुरु महाराज जी दे एक सिख होए ने, बड़े प्रेमी सिख, जिन्हां नूं गुरु साहब जी ने परमहंस की उपाधि भी बख्शिश की सी, जिन्हां बारे आप जी ने सुनिया सी कि भाई पारो जुल्का जी बेनती करते ने तीसरे पातशाह जी नूं कि गुरु साहब जी कृपा करो, बस कोई ऐसा पुरब जिहड़ा रखो जिहड़ा साल दे विच असीं सारे गुरसिख इकट्ठे हो सकीए ते आप जी दे दर्शन कर सकीए। आप जी हैरान होवोगे, जिस पारो जुल्का जी परमहंस ने बेनती करके तीसरे पातशाह जी को ये पुरब की आरंभता करवाई सी, अज दसम पातशाह वेले जो इसे पुरब के उत्ते सब तो पहला सीस मंगण की गल आई, ते सब तो पहला जिहड़ा सीस है, ये सीस भी भाई परमहंस पारो जुल्का दी वंश विचों आया। मेरी कहण दी बेनती ये है कि जेड़े भाई दया सिंह जी ने, ये भाई पारो जी दी वंश दे विचों विद्वान जिहड़े ने लिखदे ने, इन्हां दे वड्डे वडेरे ही विसाखी दी आरंभता कराउंदे ने गुरु साहब जी नूं बेनती करके, ते इन्हां दी वंश तो ही जदों गुरु साहब जी सीस दी मंग करदे ने, ते सब तो पहला सीस भी इन्हां दा वंशज ही गुरु साहब जी दे अगे रखदा है। उस तो बाद भाई धर्म सिंह जी जिहड़े संत राम जी ते परम सुख जी दे वंश विचों ने, वो भी पहले पातशाह जी नाल उन्हां दा परिवार भी जुड़िया है। उस उपरंत जो असी दर्शन दिदारे करते हैं भाई मोहकम सिंह जी होना दे जिहड़े द्वारका दे ने, भाई सखण जी, भाई लब्बा जी इस वंश चों ने। गुरु साहब जी जो पहले पातशाह
द्वारका पहुँचते हैं उदासियां दे वेले ते भाई सखना जी जिहड़े ने ये गुरु नानक पातशाह महाराज जी तो सिੱਖੀ धारण करते हैं, जिहड़े कि भाई धर्म सिंह जी तो बाद भाई मोहकम सिंह जी आउंदे ने, उन्हां दे वड्डे वडेरे ने। उस उपरंत भाई हिम्मत सिंह जी, जो आप जी इन्हां दा पिछोकड़ वेखोगे ते कई विद्वानां दा यह भी मनना है कि जो 8वें पातशाह गुरु महाराज जी अपना मेहर भरिया हथ रख के छड़ी दे नाल सज्जू झीवर को जेड़े उपदेश कराउंदे ने, ये सज्जू झीवर जेड़ा है ये भाई हिम्मत सिंह जी हुणां दा वड्डा वडेरा है। ये उस परिवार दे विचों है, उन्हां दा बेटा गुलजारी जी है। उस उपरंत गुरु साहिब जी जो 5वीं वार आवाज़ा मारते ने ते भाई साहिब सिंह जी जिहड़े बिदर दे ने, करनाटका दे ने, उत्थे भी गुरु साहिब जी पहले पातशाह जी दे चरण पए ने, सिੱਖੀ दा बूटा उत्थे लगा होया है। सो उस वेले जो असी बिदर दा इतिहास पढ़ते हैं तो उस नगर दे विच तीसरे पातशाह वेले 22 मंजियां चों एक मंजी है, जिथे मंजीदार सेवा करते ने भाई भगवान दास जी। ते ये भी हर वार तीसरे पातशाह तो ही विसाखी वाले दिहाड़े दर्शन करन आउंदे ने। सो सिੱਖੀ दा प्रचार कर रहे ने। उस उपरंत गुरु साहिब जी की किरपा सदका इन्हां तो बाद उस मंजी ते मंजीदार की सेवा करते ने भाई खुशहाल जी। सो ये भाई खुशहाल जी दे नाल ही भाई साहिब सिंह जी का परिवार भी जिहड़ा है, इन्हां दे वड्डे वडेरे जिहड़े ने वो गुरु साहिब जी के दर्शन दीदारे करन आउंदे ने। गुरु नारायण जी भाई रैया जी की कुल विचों ने, ये भी गुरु साहिब जी के लड़ीवार विसाखी के दिहाड़िਆਂ ते दर्शन करन आउंदे ने। ते ये भी पिछोकड़ जिहड़ा इन्हां दा वो सिੱਖੀ दे नाल उदों दा जुड़िया होया। कहण दा भाव है कि 5 प्यारे जिहड़े ने इन्हां दे परिवार जिहड़े ने पिछोकड़ ने गुरु साहिब जी नाल पहलां तो जुड़े ने। भाई दया सिंह जी जिहड़े ने उन्होंने भंगाणी का जंग जिहड़ा गुरु साहिब जी दे नाल रह के उत्थे सेवा खट्टी भंगाणी के जंग च भी। सो स्रोता तो सानू ये भी पता लगता। खैर मेरा कहने का मतलब ये सी कि ये 5 प्यारे सन, ये ना सी, ये इन्हां दा नगर सी ते ये पिछोकड़ परिवार सी। उस तो बाद 5 प्यारे जिहड़े ने गुरु साहिब जी दे नाल बाहर आउंदे ने। गुरु साहिब जी उस वेले एक सरब लोह दा बाटा सब तो पहला उस थड़े च रखते ने। हुण बाटा सरब लोह दा क्यों? क्योंकि गुरु साहिब जी ने उस वेले सरब लोह नूं श्रेष्ठ आख्या। उहदा कारण की सी कि सरब लोह दे ही उस वेले, क्योंकि जिहड़ियां वड्डियां जातां वाले सी हो सकदा सोने दे भांडे भी यूज करदे हन, पर पित्तल दे भांडे कहण दे भांडे बड़े यूज हुंदे सन। ते जिहड़ा लोहे दा भांडा सी ये गरीब तो गरीब दे घर भी यूज हुंदा। इस करके गुरु साहिब जी ने सरब लोह नूं जिहड़ी वो तरजीह दित्ती कि गुरु घर दे विच गरीब तो गरीब भी परवान है, क्योंकि हर घर दे विच लोहे दा भांडा ते जरूर होएगा। सो गुरु साहिब जी ने सब तो पहला सरब लोह दा बाटा, इत्थे मैं बेनती कर दवां बाटा शब्द इस करके क्योंकि उस भांडे दा मूँह, बाटे दे 2 गुण बड़े वधिया ते विशाल ने। किहड़े? कि जिहड़ा बाटा है इहदा मूँह खुला हुंदा, एक गल। दूसरा बाटा जिहड़ा वो डूंगा हुंदा, 2। ते जे इस बाटे दे उत्ते 2 कुंडियां लग जाण पढ़न वास्ते फिर वो कढ़ाई बन जाती। गुरु साहिब जी ने कुंडियां वाला बाटा नहीं लिया, कढ़ाई नहीं लेके आंदा। पाओ कारण की सी? क्योंकि कढ़ाई जिहड़ी वो कढ़दी रहिंदी है। ते कढ़ाई दा जिहड़ा ना तुसीं पॉइंट रख सकते जी कि इत्थों शुरू हुंदी ते इत्थे खत्म हो जाती, क्योंकि 2 कुंडे जो लगे ने, 2 थां ते बनणगे ना, या इत्थों शुरू होगी इत्थे खत्म होगी, या इत्थों शुरू होगी ते इत्थे खत्म होगी। बाटे दे उत्ते कोई कुंडा नहीं, बाटे दा कोई आद ते अंत नहीं जे दस सकदा, क्योंकि गोल है। अकाल पुरख वाहिगुरू जी दा स्वरूप। सो सब तो पहला गुण बाटा लिया, सामने रखिया संगतां दे 5 प्यारिਆਂ दे घेरे दे विच।
ਇਹ ਦੱਸਿਆ ਕਿ ਖਾਲਸਾ ਜੀ ਅੱਜ ਖਾਲਸਾ ਪੰਥ ਦੀ ਨੀਂਹ ਰੱਖਣ ਲੱਗੇ ਆ। ਸਰਬ ਲੋ ਦਾ ਬਾਟਾ ਹਮੇਸ਼ਾ ਇਹ ਗੁਣ ਯਾਦ ਕਰਨਾ, ਜਿੱਥੇ ਦਇਆ ਜ਼ਰੂਰੀ ਹੈ, ਦਇਆ ਦਾ ਅਰਥ ਹੈ ਖੁੱਲਾ ਮੂੰਹ ਤੇ ਡੂੰਘਾ ਹਿਰਦਾ। ਇਸ ਕਰਕੇ ਸਰਬ ਲੋ ਦਾ ਬਾਟਾ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਉਹਦੇ ਵਿੱਚ ਉਸ ਬਾਟੇ ਦੇ ਵਿੱਚ ਸਤਲੁਜ ਦਾ ਜਲ ਪਾਉਂਦੇ ਨੇ ਲਿਆ ਕੇ। ਕਹਿਣ ਦਾ ਭਾਵ ਜਲ ਪਾਇਆ ਜਾਂਦਾ। ਜਲ ਦੇ ਵੀ ਕਈ ਗੁਣ ਨੇ, ਜਿੱਥੇ ਨਿਰਮਲਤਾ ਦਾ ਗੁਣ ਹੈ ਉੱਥੇ ਨਿਮਰਤਾ ਦਾ ਗੁਣ ਹੈ। ਗੁਰੂ ਸਾਹਿਬ ਜੀ ਕਹਿੰਦੇ ਵਿਸ਼ਾਲ ਹਿਰਦਾ, ਡੂੰਘਾ ਹਿਰਦਾ ਰੱਖਣਾ ਦਇਆ ਦੇ ਰੂਪ ਦੇ ਵਿੱਚ, ਉੱਥੇ ਹੀ ਨਿਮਰਤਾ ਦੇ ਵਿੱਚ ਰਹਿਣਾ ਤੇ ਨਿਰਮਲ ਰਹਿਣਾ, ਭਾਵ ਹੁਕਮ ਦੇ ਵਿੱਚ ਰਹਿਣਾ। ਹੁਕਮ ਦੇ ਵਿੱਚ ਰਹੋਗੇ ਫੇਰ ਹੀ ਧਰਮ ਆਏਗਾ। ਖੁੱਲੇ ਬਾਟੇ ਵਾਂਗੂ ਰਹੋਗੇ, ਡੂੰਘੇ ਰਹੋਗੇ, ਫੇਰ ਦਇਆ ਆਏਗੀ। ਨਿਰਮਲ ਰਹੋਗੇ, ਨਿਮਰ ਰਹੋਗੇ, ਹੁਕਮ ਚ ਰਹੋਗੇ ਤੇ ਧਰਮ ਆਏਗਾ। ਖੈਰ ਮੇਰੇ ਕੋਲ ਇੰਨਾ ਸਮਾਂ ਨਹੀਂ ਹਰ ਇੱਕ ਤੇ ਵਿਸਥਾਰ ਨਾਲ ਆਪਾਂ ਵਿਚਾਰ ਕਰ ਸਕੀਏ। ਉਸ ਉਪਰੰਤ ਗੁਰੂ ਸਾਹਿਬ ਜੀ ਨੇ ਤੀਸਰੀ ਜਿਹੜੀ ਚੀਜ਼ ਪਾਈ ਇਸ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਦੇ ਵਿੱਚ, ਜਿਹੜੇ ਤੀਜੀ ਚੀਜ਼ ਸੀ ਉਹ ਲੈ ਗੁਰੂ ਸਾਹਿਬ ਜੀ ਨੇ ਪਤਾਸੇ। ਪਤਾਸੇ ਜਿਹੜੇ ਨੇ ਗੁਰੂ ਕੇ ਮਹਿਲਾਂ ਨੇ ਮਾਤਾ ਜੀਤੋ ਜੀ ਨੇ ਆਪ ਆਪਣੀ ਝੋਲੀ ਦੇ ਵਿੱਚ ਲਿਆ ਕੇ ਤੇ ਪਾਏ ਇਸ ਬਾਟੇ ਦੇ ਵਿੱਚ। ਮੈਂ ਬੇਨਤੀ ਕਰਦਾ, ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮਾਤਾ ਸਾਹਿਬ ਕੌਰ ਜੀ ਕੁਆਰਾ ਡੋਲਾ ਜਿਹੜਾ ਉਹ 1699 ਤੋਂ ਬਾਅਦ ਜਿਹੜਾ ਗੁਰੂ ਘਰ ਦੇ ਵਿੱਚ ਆਉਂਦੇ ਨੇ। ਸੋ ਪਤਾਸੇ ਜਿਹੜੇ ਨੇ ਮਾਤਾ ਜੀਤੋ ਜੀ ਪਾਉਂਦੇ ਨੇ, ਪਰ ਖਾਲਸਾ ਜੀ ਦੇ ਮਾਤਾ ਜੀ ਜਿਹੜੇ ਨੇ ਉਹ ਸਾਹਿਬ ਕੌਰ ਜੀ ਇਸ ਕਰਕੇ ਨੇ ਕਿ ਜਿਹੜੇ 4 ਸਾਹਿਬਜ਼ਾਦੇ ਸੀ ਉਹ ਪਹਿਲੇ ਮਹਿਲਾਂ ਦੇ ਸੀ, ਤੇ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਇਹ ਵਾਰ ਦਿੱਤਾ ਸੀ ਕਿ ਤੂੰ ਵਿਰਾਗ ਨਾ ਕਰੀ ਕਿ ਮੇਰੀ ਕੋਈ ਔਲਾਦ ਨਹੀਂ, ਇਸ ਕਰਕੇ ਇਹ ਖਾਲਸਾ ਪੰਥ ਤੇਰੀ ਝੋਲੀ ਵਿੱਚ ਪਾਇਆ। ਇਹ ਨਾਦੀ ਪੁੱਤ, ਇਹ ਬਿੰਦੀ ਪੁੱਤ ਜਿਹੜਾ ਹੈ ਨਾ, ਨਾਦੀ ਪੁੱਤ ਬਿੰਦੀ ਪੁੱਤ 4 ਸਾਹਿਬਜ਼ਾਦੇ ਨੇ, ਨਾਦੀ ਪੁੱਤ ਖਾਲਸਾ ਪੰਥ ਤੇਰੀ ਝੋਲੀ ਚ ਪਾਇਆ। ਇਸ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਅਸੀਂ ਖਾਲਸਾ ਜੀ ਦੇ ਮਾਤਾ ਜੀ ਕਹਿੰਦੇ। ਖੈਰ ਰਹੋ ਵਿਚਾਰ। ਹੁਣ ਜਦੋਂ ਪਤਾਸੇ ਪਾਏ, ਜਿਸ ਦਿਨ ਕੀਰਤਨ ਦੀ ਆਰੰਭਤਾ ਹੋਈ ਸੀ, ਕੀਰਤਨ ਦੀ ਉਸਤਤ ਕੀਤੀ ਜਿਹੜੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਸੀ ਇੱਕ ਪੁਰਸ਼ ਦੇ ਰੂਪ ਦੇ ਵਿੱਚ। ਪਰ ਉਸ ਕੀਰਤਨ ਦੇ ਵਿੱਚ ਜਿਹੜਾ ਇੱਕ ਸਾਜ਼ ਸੀ ਉਹ ਬੇਬੇ ਨਾਨਕੀ ਨੇ ਦਿੱਤਾ ਸੀ ਇਸਤਰੀ ਦੇ ਰੂਪ ਚ। ਬਰਾਬਰਤਾ ਰੱਖੀ ਗੁਰੂ ਸਾਹਿਬ ਜੀ ਨੇ, ਕਿਤੇ ਵੀ ਪਿੱਛੇ ਨਹੀਂ ਕੀਤਾ। ਜਿਹੜੀ ਗੱਲ ਅੱਜ ਗੱਲ ਕਰਦੇ ਨਾ ਬਰਾਬਰ ਦੇ ਹੱਕਾਂ ਦੀ, ਉਸੇ ਵੇਲੇ ਜਦੋਂ ਖਾਲਸਾ ਪੰਥ ਸਥਾਪਨਾ ਦੀ ਗੱਲ ਆਈ, ਉਸ ਵੇਲੇ ਵੀ ਗੁਰੂ ਸਾਹਿਬ ਜੀ ਨੇ ਇਸਤਰੀ ਨੂੰ ਪੂਰਾ ਮਾਣ ਦਿੱਤਾ। ਜਿਸ ਦਿਨ ਕੀਰਤਨ ਦੀ ਆਰੰਭਤਾ ਹੁੰਦੀ ਹੈ, ਕੀਰਤਨ ਦੇ ਨਾਲ ਸਿੱਖ ਸਜਾਉਣੇ ਨੇ, ਉਦਣ ਵੀ ਇਸਤਰੀ ਜਾਤੀ ਨਾਲ ਹੈ, ਤੇ ਜਿੱਦਣ ਖਾਲਸਾ ਪੰਥ ਚਲਾਉਣਾ ਹੈ ਉਦਣ ਵੀ ਇਸਤਰੀ ਜਾਤੀ ਨੂੰ ਪੂਰਾ ਮਾਣ ਸਨਮਾਨ ਦਿੱਤਾ। ਖੈਰ ਹੁਣ ਪਤਾਸੇ ਪਾਏ ਨੇ ਗੁਰੂ ਕੇ ਪਿਆਰ ਵਾਲਿਓ। ਉਸ ਵੇਲੇ ਆਪ ਜੀ ਖਿਆਲ ਕਰਿਓ, ਗੁੜ ਦੀ ਸ਼ੱਕਰ ਵੀ ਮਿਲਦੀ ਸੀ, ਨਹੀਂ ਪਾਈ, ਸ਼ਹਿਦ ਵੀ ਮਿਲਦਾ ਸੀ, ਨਹੀਂ ਪਾਇਆ। ਪਤਾਸੇ ਕਿਉਂ ਪਾਏ? ਉਹਦਾ ਕਾਰਨ ਇਹ ਸੀ ਕਿ ਪਤਾਸਿਆਂ ਦਾ ਜਿਹੜਾ ਆਕਾਰ ਸੀ ਨਾ, ਛੋਟਾ ਵੱਡਾ ਸੀ, ਕੋਈ ਵਿੰਗਾ ਸੀ, ਕੋਈ ਟੇਢਾ ਸੀ, ਕੋਈ ਟੁੱਟਿਆ ਸੀ, ਕੋਈ ਬੜਿਆ ਸੀ, ਕੋਈ ਜ਼ਿਆਦਾ ਵੱਡਾ ਸੀ। ਉਹ ਪਤਾਸੇ ਗੁਰੂ ਸਾਹਿਬ ਜੀ ਨੇ ਨਿਰਮਲ ਜਲ ਵਿੱਚ ਪਾ ਦਿੱਤੇ, ਤੇ ਜਦੋਂ ਨਿਰਮਲ ਜਲ ਵਿੱਚ ਪਾਏ ਉਹ ਸਾਰੇ ਪਤਾਸੇ ਜਿਹੜੇ ਘੁਲ ਕੇ ਜਲ ਦੇ ਵਿੱਚ ਸਾਰਿਆਂ ਦਾ ਰੂਪ ਇੱਕ ਹੋ ਗਿਆ। ਭਾਵ ਕਿ ਜਦੋਂ ਤੂੰ ਗੁਰੂ ਦੇ ਦਰ ਦੇ ਵਿੱਚ ਆਇਆ ਤੇ ਤੂੰ ਪਤਾਸਿਆਂ ਵਾਂਗੂ ਮੁਹਕਮ ਦਾ ਰੂਪ ਧਾਰ ਲਿਆ, ਦ੍ਰਿੜ ਹੋ ਗਿਆ, ਤੇ ਆਪਣੀ ਜਾਤ ਪਾਤ ਸਾਰੀ ਇੱਕ ਪਾਸੇ ਰੱਖਤੀ। ਆਪਣਾ ਉੱਚਾ ਨੀਵਾਂ ਜਿਹੜਾ ਰੁਤਬਾ, ਮਨ ਦਾ ਮਾਣ, ਹੰਕਾਰ, ਉਹ ਇੱਕ ਪਾਸੇ ਰੱਖਤਾ। ਗੁਰੂ ਸਾਹਿਬ ਜੀ ਕਹਿੰਦੇ ਜੇ ਇਸ ਦਇਆ ਰੂਪੀ ਬਾਟੇ ਦੇ ਵਿੱਚ
ਇਹ ਧਰਮ ਰੂਪੀ ਜਲ ਦੇ ਵਿੱਚ ਤੂੰ ਸਮਾਉਣਾ ਤੇ ਤੈਨੂੰ ਸਭ ਤੋਂ ਪਹਿਲਾਂ ਪਿਛਲੀਆਂ ਜਾਤਾਂ ਪਾਤਾਂ ਨੀਵਾਂ ਉੱਚਾ ਪੈਸਾ ਗਰੀਬ ਇਹ ਸਭ ਛੱਡ ਕੇ ਤੇ ਮੁਹਕਮ ਦ੍ਰਿੜ ਇਰਾਦੇ ਦੇ ਨਾਲ ਇਸ ਬਾਟੇ ਦੇ ਵਿੱਚ ਤੈਨੂੰ ਖਾਲਸਾ ਪੰਥ ਦੇ ਵਿੱਚ ਸਮਾਉਣਾ ਪਏਗਾ। ਉਸ ਉਪਰੰਤ ਗੁਰੂ ਸਾਹਿਬ ਜੀ ਨੇ ਜਿਹੜੀ ਚੌਥੀ ਵਸਤੂ ਅੰਮ੍ਰਿਤ ਤਿਆਰ ਕਰਨ ਲੱਗਿਆ ਗੁਰੂ ਸਾਹਿਬ ਜੀ ਨੇ ਪ੍ਰਯੋਗ ਵਿੱਚ ਲਿਆਂਦੀ, ਉਹ ਸੀ ਖੰਡਾ। ਗੁਰੂ ਕੇ ਪਿਆਰ ਵਾਲਿਓ, ਜਿੱਥੇ ਬਾਟਾ ਵਿਸ਼ਾਲਤਾ ਦਾ ਪ੍ਰਤੀਕ ਹੈ, ਦਇਆ ਦੀ ਵਿਸ਼ਾਲਤਾ ਦਾ, ਜਿੱਥੇ ਜਲ ਨਿਮਰਤਾ ਦਾ ਪ੍ਰਤੀਕ ਹੈ, ਧਰਮ ਦਾ, ਜਿੱਥੇ ਪਤਾਸੇ ਆਪਣੇ ਆਪ ਨੂੰ ਆਪਣੇ ਪਿਛਲੇ ਜਨਮ ਨੂੰ ਭੁਲਾ ਕੇ ਤੇ ਗੁਰੂ ਦੇ ਹੁਕਮ 'ਚ ਇੱਕਮਿਕ ਹੋ ਕੇ ਦ੍ਰਿੜਤਾ ਦਾ ਪ੍ਰਤੀਕ ਨੇ, ਆਪਣੀ ਜਾਤ ਪਾਤ ਇੱਕ ਪਾਸੇ ਰੱਖਤੀ, ਸਤਿਗੁਰ ਕੇ ਜਨਮੇ ਗਮਨ ਮੁਕਾਇਆ। ਉੱਥੇ ਹੀ ਖੰਡਾ ਜਿਹੜਾ ਉਹ ਇੱਕ ਦਾ ਪ੍ਰਤੀਕ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਹਦੇ ਨਾਲ ਹਿੰਮਤ ਪ੍ਰਦਾਨ ਹੁੰਦੀ ਹੈ। ਪੰਜਾਂ ਪਿਆਰਿਆਂ ਦੇ ਨਾਂ ਤੇ ਅੰਮ੍ਰਿਤ ਤਿਆਰ ਕਰਨ ਲੱਗਿਆਂ ਉਹ ਪੰਜਾਂ ਵਸਤਾਂ ਜਿਹੜੀਆਂ ਨੇ ਉਹਨਾਂ ਦੇ ਗੁਣ ਵੇਖੋ ਕਿੱਦਾਂ ਰਲਦੇ ਨੇ। ਪੰਜਾਂ ਪਿਆਰਿਆਂ ਦੇ ਨਾਂ ਤੇ ਉਹਨਾਂ ਦੇ ਪਿਛੋਕੜ ਜਿਹੜੇ ਉਹਨਾਂ ਦੇ ਏਰੀਏ ਸੀ ਉਹਨਾਂ ਦੇ ਨਾਂ ਦੇ ਨਾਲ ਵੇਖੋ ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਕੀ ਹੈ। ਸੋ ਹੁਣ ਖੰਡਾ ਜਿਹੜਾ ਇੱਕ ਦਾ ਪ੍ਰਤੀਕ ਹੈ, परमात्मा का प्रतीक है, जिसने ये सारी हिम्मत बख्शी ये खालसा पंथ की साजना वास्ते। ते पंजवीं चीज कलगियां वाले पातशाह गुरु महाराज जी खंडे बाटे की पौड़ वास्ते आरंभ करते ने, वो है गुर बाणी। शब्द ध्यान ना सुनियो, पंजवीं चीज केड़ी है? गुरबाणी। जे आप जी इस शब्द नू संधि छेद करोगे, पहला बाटा, दूजा जल, तीजा पतासे, चौथा खंडा ते पंजवां गुर। केड़ा गुर? धन धन साहिब श्री गुरु गोबिंद सिंह जी महाराज कलगियां वाले पातशाह दशमेश पिता गुर ते उन्हां दे मुख विचों उचारण कीती गई बाणी। आप विच बैठे ने ते पंजवीं चीज गुर बाणी। सो ये पांच चीजां दे नाल, पांच वस्तुआं दे नाल जिन्हां नूं गुरु साहिब जी ने अमर कर दिता, गुरु साहिब जी ने बाणी उचारण आरंभ कीती ते लड़ीवार पंज बाणियां दा जाप गुरु साहिब जी ने आरंभ किया। जप साहिब जी, जिन्हों असीं प्यार नाल जप जी साहिब जी कहने हैं, जाप साहिब जी, तव प्रसाद सवैये, चौपाई ते आनंद साहिब जी। सो गुरु साहिब जी ने यह जाप करदियां उस वेले अमृत की आरंभता तो पहला, इस सारी प्रक्रिया तो पहला, बाणी पढ़न तो पहला, कहने का भाव पंजां प्यारियां नूं हुक्म किया अपने दोवें दोवें हाथ 10-10 उंगलां जेड़ियां उस बाटे दे उपर रखियां, नेत्र जेड़े ने बाटे दे जल दे विच टिकाए ते वीर आसन नाल एक गोडा थल्ले ला के ते एक गोडा उपर नूं, जिन्हों असीं वीर आसन कहने हैं, उस आसन विच बैठे ते गुरु साहिब जी ने लड़ीवारे पंज बाणियां उच्चारण कीतियां। कई भैण भरा सोचदे ने कि पंज बाणियां उच्चारण कीतियां, साडे को की इहदा स्रोत है, की सबूत है? सो गुरु के प्यार वालिओ, बड़े सत्कारयोग भाई जीवन सिंह जी, जिन्हां दा पहला नाम भाई जेता जी सी, जिन्हां ने धन धन साहिब श्री गुरु तेग बहादुर साहिब जी महाराज जी का सीस दिल्ली तो लियांदा सी। आप जी जो उन्हां दा जीवन पढ़ोगे ना ते उन्हां दे जीवन दे विच आप जी नूं उन्हां दे वल्लों एक रचना जिहड़ी है वो भी मिलेगी, वो लिखदे हुंदे सन। सो उस वेले का सारा वेरवा कि अमृत गुरु साहिब जी ने किद्दां तैयार किया, भाई जैता जी उस वेले संगत विच बिराजे ने, वो सारा दृश्य देख रहे ने
ਉਹ ਨਾਲ ਹੀ ਨਾਲ ਲਿਖ ਰਹੇ ਨੇ। ਉਹਨਾਂ ਦੀ ਰਚਨਾ ਆਪ ਜੀ ਸਤਿਕਾਰ ਦੇ ਨਾਲ ਬਾਣੀ ਦਾ ਰੂਪ ਵੀ ਕਹਿ ਸਕਦੇ ਜੇ, ਗੁਰੂ ਕੇ ਸਿੱਖ ਨੇ, ਮਹਾਨ ਸਿੱਖ ਨੇ। ਸੋ ਉਹਨਾਂ ਦੀ ਰਚਨਾ ਤੋਂ ਉਹ ਸਪਸ਼ਟ ਕਰਦੇ ਨੇ ਕਿ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਕਿੱਦਾਂ ਰਚਿਆ, ਕਿਹੜੀ ਕਿਹੜੀ ਬਾਣੀ ਪੜ੍ਹੀ, ਕਿੱਦਾਂ ਪੜ੍ਹੀ, ਲੜੀਵਾਰ ਕੀ ਸੀ। ਖੈਰ ਰਹੋ ਵਿਚਾਰ। ਇੱਥੇ ਮੈਂ ਇੱਕ ਬੇਨਤੀ ਕਰ ਦਵਾਂ, ਸਮਾਂ ਥੋੜਾ ਉੱਪਰ ਹੋ ਗਿਆ ਪਰ 2-4 ਮਿੰਟਾਂ 'ਚ ਮੈਂ ਸਮਾਪਤੀ ਕਰਾਂ। ਗੁਰੂ ਕੇ ਪਿਆਰ ਵਾਲਿਓ, ਆਪ ਜੀ ਖਿਆਲ ਕਰਿਓ, ਬੜੇ ਆਦ ਕਾਲ ਤੋਂ ਨਾ ਬੜੇ ਜਾਣੇ ਪੀਰ ਪੈਗੰਬਰ ਔਲੀਏ ਰਾਜੇ ਮਹਾਰਾਜੇ ਇਸ ਅੰਮ੍ਰਿਤ ਨੂੰ ਖੋਜਦੇ ਸੀ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਕਈ ਇਤਿਹਾਸ ਪੜ੍ਹਦੇ ਜੇ ਨਾ ਆਪ ਜੀ, ਤੇ ਉਹਨਾਂ ਨੂੰ ਕਈ ਅੰਮ੍ਰਿਤ ਰੂਪੀ ਛਲਾਵੇ ਮਿਲੇ ਵੀ, ਕਈਆਂ ਨੂੰ ਮਿਲੇ ਵੀ। ਬਾਣੀ ਦੇ ਵਿੱਚ ਵੀ ਫਰਮਾਨ ਹੈ ਕਿ ਦੇਵਤੇ ਤੇ ਜਿਹੜੇ ਰਾਖਸ਼ ਨੇ ਉਹ ਸਮੁੰਦਰ ਨੂੰ ਵਿਰੋਲਦੇ ਨੇ, ਉਹਦੇ ਵਿੱਚੋਂ 14 ਰਤਨ ਕੱਢਦੇ ਨੇ, ਅੰਮ੍ਰਿਤ ਕੱਢਦੇ ਨੇ, ਤੇ ਛੇਤੀ ਨਾਲ ਅੰਮ੍ਰਿਤ ਪੀਣ ਦੇ ਵਿੱਚ ਉਹਨਾਂ ਦੀ ਲੜਾਈ ਵੀ ਹੁੰਦੀ ਹੈ। ਖਿਆਲ ਕਰਿਓ, ਜਿਹਨੂੰ ਵੀ ਲੱਗਾ ਕਿ ਆਹ ਚੀਜ਼ ਅੰਮ੍ਰਿਤ ਹੈ, ਉਹਨੇ ਬੜੀ ਕਾਹਲੀ ਦੇ ਨਾਲ ਸਭ ਤੋਂ ਪਹਿਲਾਂ ਕੀ ਕੀਤਾ, ਛੇਤੀ ਨਾਲ ਉਹਨੂੰ ਪੀਣਾ ਕੀਤਾ। ਪਰ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਨਹੀਂ। ਆਪ ਜੀ ਖਿਆਲ ਕਰੇ, ਜਦੋਂ ਪੰਜਾਂ ਪਿਆਰਿਆਂ ਪਾਸੋਂ ਆਪ ਜੀ ਅੰਮ੍ਰਿਤ ਦੀ ਦਾਤ ਲਓਗੇ, ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਝੱਟ ਨਾਲ ਛੇਤੀ ਨਾਲ ਅੰਮ੍ਰਿਤ ਦੇ ਚੂਲੇ ਮੁਖ 'ਚ ਨਹੀਂ ਪਾਏ, ਜਦ ਕਿ ਦੁਨੀਆ 'ਚ ਇਹ ਹੁੰਦਾ ਰਿਹਾ ਅੱਜ ਤੱਕ ਕਿ ਛੇਤੀ ਨਾਲ ਮੁਖ 'ਚ ਪਾ ਕੇ ਪੀ ਲਓ। ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਉਹ ਅੰਮ੍ਰਿਤ ਦੇ ਚੂਲੇ ਜਿਹੜੇ ਨੇ ਆਪਣੇ ਪਿਆਰਿਆਂ ਦੇ ਸੀਸ ਦੇ ਵਿੱਚ, ਕੇਸਾਂ ਦੇ ਵਿੱਚ ਪਾਏ, 5 ਚੂਲੇ। ਉਸ ਤੋਂ ਬਾਅਦ 5 ਚੂਲੇ ਛੇਤੀ ਦੇ ਨਾਲ ਮੁਖ 'ਚ ਨਹੀਂ ਪਾਏ। ਉਸ ਤੋਂ ਬਾਅਦ 5 ਚੂਲੇ ਨੇਤਰਾਂ ਦੇ ਵਿੱਚ ਪਾਏ। ਇਹ ਐਵੇਂ ਹੀ ਗੁਰੂ ਸਾਹਿਬ ਜੀ ਨੇ ਸਾਰੀ ਮਰਿਆਦਾ ਨਹੀਂ ਬਣਾਤੀ, ਇਹਦੇ ਪਿੱਛੇ ਬਹੁਤ ਵੱਡਾ ਸਾਰ ਛੁਪਿਆ ਪਿਆ। ਉਸ ਉਪਰੰਤ ਗੁਰੂ ਸਾਹਿਬ ਜੀ ਨੇ 5 ਚੂਲੇ ਬੁੱਕ ਦੇ ਵਿੱਚ ਪਾ ਕੇ ਤੇ ਉਹਨਾਂ ਦੇ ਮੁਖ ਦੇ ਵਿੱਚ ਪਾਉਣਾ ਕੀਤੇ, ਸਿੱਧੇ ਮੁਖ 'ਚ ਨਹੀਂ ਪਾਏ। ਇਹ ਵੀ ਮੈਂ ਬੇਨਤੀ ਕਰਦਾ, ਇਹ ਗੱਲਾਂ ਐਵੇਂ ਨਹੀਂ ਵਾਪਰ ਗਈਆਂ, ਐਵੇਂ ਨਹੀਂ ਘਟਨਾ ਵਾਪਰੀ। ਗੁਰੂ ਸਾਹਿਬ ਜੀ ਕਹਿੰਦੇ ਜਿਸ ਅੰਮ੍ਰਿਤ ਪਿੱਛੇ ਲੋਕੀ ਮਰਦੇ ਫਿਰਦੇ ਸਨ, ਉਹ ਅੰਮ੍ਰਿਤ ਜਿਹੜਾ ਤੈਨੂੰ ਬਖਸ਼ਿਸ਼ ਕਰਨ ਲੱਗਾ। ਪਰ ਸਭ ਤੋਂ ਪਹਿਲਾਂ ਇਹ ਯਾਦ ਰੱਖੀ, ਇਹ ਜਿਹੜੀ ਮੱਤ ਹੈ ਨਾ, ਇਸ ਮੱਤ ਦੇ ਵਿੱਚ ਅੰਮ੍ਰਿਤ ਪਾ, ਕਿਉਂਕਿ ਅੰਮ੍ਰਿਤ ਪ੍ਰਾਪਤ ਕਰਕੇ ਤੂੰ ਹੰਕਾਰੀ ਨਹੀਂ ਬਣੇਗਾ, ਤੂੰ ਵਧੀਕੀ ਨਹੀਂ ਕਰੇਗਾ। ਗੁਰ ਕੀ ਮੱਤ ਤੂੰ ਲੈ ਆਣੀ। ਸਭ ਤੋਂ ਪਹਿਲਾਂ ਆਪਣੀ ਮੱਤ ਨੂੰ ਅੰਮ੍ਰਿਤ ਰੂਪੀ ਕਰ, ਉਸ ਉਪਰੰਤ ਤੇਰੇ ਨੇਤਰਾਂ ਦੇ ਵਿੱਚ ਅੰਮ੍ਰਿਤ ਹੋਣਾ ਚਾਹੀਦਾ। ਮਰਿਆਦਾ ਹੈ ਅੰਮ੍ਰਿਤ ਦੀ। ਇਹ ਨਾ ਹੋਏ ਕਿ ਤੂੰ ਅੰਮ੍ਰਿਤ ਪਾਨ ਕਰਕੇ ਅਮਰ ਹੋਵੇ ਤੇ ਤੇਰੇ ਨੇਤਰਾਂ ਦੇ ਵਿੱਚ ਜਿਹੜੀ ਉਹ ਗੰਦਗੀ ਆ ਜੇ, ਤੇ ਜੋ ਤੂੰ ਮਰਜ਼ੀ ਵਧੀਕੀਆਂ ਕਰਦਾ ਮੇਰੇ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਤੇਰਾ ਸਭ ਤੋਂ ਪਹਿਲਾਂ ਮਤ ਅੰਮ੍ਰਿਤ ਰੂਪੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਤੇਰੀ ਦ੍ਰਿਸ਼ਟੀ ਜਿਹੜੀ ਆ ਉਹ ਅੰਮ੍ਰਿਤ ਰੂਪੀ ਹੋਣੀ ਚਾਹੀਦੀ। ਉਸ ਤੋਂ ਬਾਅਦ ਤੇਰੇ ਬੁੱਕ ਦੇ ਵਿੱਚ, ਜਦੋਂ 2 ਬੁੱਕਾਂ ਨੂੰ ਆਪ ਜੀ ਖਿਆਲ ਕਰਿਓ, ਜਦੋਂ ਅਸੀਂ ਅੰਮ੍ਰਿਤ ਪਾਨ ਦੀ ਅਭਿਲਾਖੀ ਬਣਦੇ ਆ 5 ਪਿਆਰਿਆਂ ਦੇ, ਬੁੱਕ ਦੀਆਂ ਜਿਹੜੀਆਂ ਸਾਡੀਆਂ 10 ਉਂਗਲਾਂ ਨਾ, ਇਹਨਾਂ ਨੂੰ ਜੋੜਦੇ ਆ। 5 ਪਿਆਰੇ ਸਾਹਿਬਾਨ ਹੁਕਮ ਕਰਦੇ ਨੇ ਕਿ ਬੁੱਕ ਜੋੜੋ, ਉਂਗਲਾਂ ਦੇ ਵਿੱਚ ਵਿੱਥ ਨਹੀਂ ਹੋਣੀ ਚਾਹੀਦੀ। ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੀਆਂ ਵਿੱਥਾਂ ਨੇ ਨਾ, ਇਹ ਪੂਰੀਆਂ ਕਰਦੇ। ਜੋ ਪਿਛਲੀਆਂ ਵਿੱਥਾਂ ਰਹਿ ਗਈਆਂ, ਊਨਤਾਈਆਂ ਰਹਿ ਗਈਆਂ, ਜਿਹੜੇ ਤੇਰੇ ਕੋ ਮਾੜੇ ਕਰਮ ਹੋ ਗਏ, ਕੁਕਰਮ ਹੋ ਗਏ, ਜਿਹੜੀ ਗੱਲ ਦਾ ਤੈਨੂੰ ਅਭਿਮਾਨ ਹੈ, ਹੰਕਾਰ ਹੈ, ਜਾਤ ਦਾ, ਗੋਤ ਦਾ, ਕੁੱਲ ਦਾ, ਪੈਸੇ ਦਾ, ਅਹੁਦੇ ਦਾ, ਉਹ ਸਾਰੀਆਂ ਵਿੱਥਾਂ ਅੱਜ ਪੂਰਦੇ ਹੁਣ ਨਾ ਰਹਿਣ ਦੇ, ਸਾਰੀਆਂ ਬੰਦ ਕਰ ਦੇ, ਤੇ ਫਿਰ ਇਸ ਅੰਮ੍ਰਿਤ ਨੂੰ ਤੂੰ ਆਪਣੇ ਮੁੱਖ ਵਿੱਚ ਪਾ। ਸੋ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, 5 ਚੂਲੇ ਇਸ ਤਰੀਕੇ ਦੇ ਨਾਲ 5 ਪਿਆਰਿਆਂ ਨੂੰ ਬਖਸ਼ਿਸ਼ ਕਰਦੇ ਨੇ। 5 ਪਿਆਰਿਆਂ ਦੀ ਚੋਣ ਹੁੰਦੀ ਹੈ।
5 ਵਸਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। 5 ਵਸਤਾਂ ਤੋਂ ਬਾਅਦ ਗੁਰੂ ਸਾਹਿਬ ਜੀ 5 ਬਾਣੀਆਂ ਦਾ ਜਾਪ ਕਰਦੇ ਨੇ। 5 ਬਾਣੀਆਂ ਦਾ ਜਾਪ ਕਰਨ ਉਪਰੰਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ 5 ਚੂਲੇ ਜਿਹੜੇ ਨੇ ਕੇਸਾਂ ਦੇ ਵਿੱਚ, ਨੇਤਰਾਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਸੋ 5 ਪਿਆਰਿਆਂ ਨੂੰ ਆਪਣਾ ਰੂਪ ਦੇ ਕੇ ਖਾਲਸਾ ਪੰਥ ਦੇ ਸਾਹਮਣੇ ਸੁਰਜੀਤ ਕਰਕੇ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ। ਸੋ ਗੁਰੂ ਕੇ ਪਿਆਰ ਵਾਲਿਆ, ਉਸ ਉਪਰੰਤ ਗੁਰੂ ਸਾਹਿਬ ਜੀ ਰਹਿਤ ਅਤੇ ਕੁਰੈਤ ਇਹ ਦਰਸਾਉਂਦੇ ਨੇ। ਇਹ ਵਿਸ਼ਾ ਥੋੜਾ ਜਿਹਾ ਵਿਸ਼ਾਲ, ਗੁਰੂ ਸਾਹਿਬ ਕਿਰਪਾ ਕਰਨ ਫਿਰ ਕਿਤੇ ਮੌਕਾ ਮਿਲਿਆ ਆਪਾਂ ਸਾਂਝ ਪਾਵਾਂਗੇ। ਸਮਾਂ ਸਮਾਪਤ ਹੈ। ਸੋ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਹੋਇਆ ਰਹਿਤਾਂ ਤੇ ਕੁਰੈਤਾਂ ਬਾਰੇ ਦੱਸਦੇ ਨੇ। ਸਿੰਘ ਅਤੇ ਕੌਰ ਨਾਂ ਜਿਹੜਾ ਉਹ ਬਖਸ਼ਿਸ਼ ਕਰਦੇ ਨੇ। ਗੁਰੂ ਸਾਹਿਬ ਬਖਸ਼ਿਸ਼ ਕਰਨ ਫਿਰ ਕਿਤੇ ਵਿਚਾਰ ਰਹੀ, ਇਸ ਨੂੰ ਫਿਰ ਆਪਾਂ ਵਿਚਾਰਾਂਗੇ। ਸੋ ਬੋਲਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ, ਗੁਰੂ ਕੀ ਸੰਗਤ ਗੁਰੂ ਬਖਸ਼ ਸਦਕਾ ਬਖਸ਼ਣਯੋਗ ਹੈ। ਸੋ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ, ਫਤਿਹ ਦੀ ਸਾਂਝ ਪਾਉਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।